पुतना ना करो। ਵੱਡੀ ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਬੋਲੀ ਹੋਣੀ ਸੀ। ਬੋਲੀ ਦੌਰਾਨ ਪਿੰਡ ਦੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਵਿਰੋਧ ਜਤਾਇਆ ਗਿਆ। ਸਿਰਫ ਵਿਰੋਧ ਹੀ ਨਹੀਂ, ਸਿਰਫ ਨਾਅਰੇਬਾਜ਼ੀ ਹੀ ਨਹੀਂ, ਇੱਥੋਂ ਤੱਕ ਕਿ ਐਸਸੀ ਭਾਈਚਾਰੇ ਦੇ ਵੱਲੋਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾ ਪਿੰਡ ਵਿੱਚ ਆਈ ਪੁਲਿਸ ਦੇ ਉੱਤੇ ਵੀ ਕੀਤਾ ਗਿਆ। ਦੱਸ ਦਈਏ ਕਿ ਸ਼ਰੇਆਮ ਇੱਟਾਂ ਰੋੜੇ ਅਤੇ ਡੰਡਿਆਂ ਦੇ ਨਾਲ ਪੁਲਿਸ ਦੇ ਉੱਤੇ ਧਾਵਾ ਬੋਲ ਦਿੱਤਾ ਜਾਂਦਾ ਹੈ। ਨਾਭਾ ਬਲਾਕ ਦੇ ਪਿੰਡ ਮੰਡੌੜ ਦੀ ਇਹ ਘਟਨਾ ਹੈ, ਜਿੱਥੇ ਐਸਸੀ ਭਾਈਚਾਰੇ ਨਾਲ ਸੰਬੰਧਿਤ 88 ਵਿਗਿਆਂ ਦੀ ਜ਼ਮੀਨ ਦੀ ਬੋਲੀ ਹੋਣੀ ਸੀ। ਦੱਸ ਦਈਏ ਕਿ ਐਸਸੀ ਭਾਈਚਾਰੇ ਦਾ ਕਹਿਣਾ ਸੀ ਕਿ ਪਿਛਲੀ ਵਾਰ ਜਿੰਨੀ ਬੋਲੀ ਹੋਈ ਹੈ ਉਸ ਦੇ ਨਾਲੋਂ ਬੋਲੀ ਇਸ ਵਾਰ ਘਟਾ ਕੇ ਦਿੱਤੀ ਜਾਵੇ, ਪਰ ਜਿਹੜੀ ਬੋਲੀ ਉਸੇ ਪ੍ਰਕਿਰਿਆ ਦੇ ਤਹਿਤ ਚੱਲੀ, ਜਿਸ ਤੋਂ ਬਾਅਦ ਪਿੰਡ ਦੇ ਹੀ ਐਸਸੀ ਭਾਈਚਾਰੇ ਦੇ ਵੱਲੋਂ ਵਿਰੋਧ ਕੀਤਾ ਜਾਣ ਲੱਗਿਆ। ਵਿਰੋਧ ਇੰਨਾ ਕੁ ਵਧਿਆ ਕਿ ਪਿੰਡ ਦੇ ਵਿੱਚ ਭਾਈਚਾਰੇ ਦੇ ਵੱਲੋਂ, ਯਾਨੀ ਕਿ ਜ਼ਮੀਨ ਨਾਲ ਸੰਬੰਧਿਤ ਐਸਸੀ ਭਾਈਚਾਰੇ ਦੇ ਵੱਲੋਂ ਪਿੰਡ ਵਿੱਚ ਬੋਲੀ ਕਰਵਾਉਣ ਵਾਲੇ ਅਧਿਕਾਰੀਆਂ ਸਣੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਦੱਸੀਏ ਕਿ ਇਸ ਤੋਂ ਪਹਿਲਾਂ 28 ਜੂਨ ਬੀਤੇ ਮਹੀਨੇ 28 ਜੂਨ ਨੂੰ ਵੀ ਪਿੰਡ ਮੰਡੌੜ ਦੇ ਵਿੱਚ ਇਸੇ ਜ਼ਮੀਨ ਨੂੰ ਲੈ ਕੇ ਬੋਲੀ ਹੋਈ ਸੀ, ਜਿਸ ਦੇ ਵਿੱਚ ਫਿਰ ਵਿਰੋਧ ਹੋਇਆ ਸੀ ਤੇ ਉਸ ਦਿਨ ਵੀ ਪੁਲਿਸ ਦੇ ਉੱਤੇ ਇੱਟਾਂ ਰੋੜੇ ਬਰਸਾਏ ਗਏ ਸਨ। ਪਿੰਡ ਵਾਲਿਆਂ ਦੇ ਵੱਲੋਂ ਇੱਟਾਂ ਰੋੜੇ ਬਰਸਾਏ ਗਏ ਸਨ ਉਸ ਦਿਨ ਵੀ। ਉਸ ਤੋਂ ਬਾਅਦ ਮਾਮਲਾ ਕਿਤੇ ਨਾ ਕਿਤੇ ਭਖਦਾ ਜ਼ਰੂਰ ਰਿਹਾ ਹੈ। ਪੰਚਾਇਤੀ ਜ਼ਮੀਨ ਦੀ ਬੋਲੀ ਹੋ ਜਾਂਦੀ ਹੈ। ਬੋਲੀ ਪਿੰਡ ਦੇ ਹੀ ਐਸਸੀ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੂੰ ਜਿਹੜੀ ਹੈ ਕਿ ਦੱਸੀ ਜਾ ਰਹੀ ਹੈ ਕਿ ਦਿੱਤੀ ਗਈ ਹੈ, ਪਰ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਜ਼ਮੀਨ ਦੇ ਵਿੱਚ ਟੈਂਟ ਲਗਾ ਲਿੱਤਾ ਗਿਆ, ਤੰਬੂ ਲਗਾ ਕੇ ਉਸ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ ਤੇ ਆਪਣੀ ਮੰਗ ਦੇ ਉੱਤੇ ਅੜੇ ਹੋਏ ਨਜ਼ਰ ਆਉਂਦੇ ਨੇ। ਤਾਂ ਅੱਜ ਫਿਰ ਤਕਰੀਕ ਜਿਹੜੀ ਆ 21 ਜੁਲਾਈ ਨੂੰ ਫਿਰ ਪਿੰਡ ਮੰਡੌੜ ਦੇ ਵਿੱਚ ਹਾਲਾਤ ਉਸ ਵਰਗੇ ਹੀ ਮਿਲਦੇ ਨੇ ਜਿੱਦਾਂ 28 ਜੂਨ ਨੂੰ ਸੀਗੇ। ਉਹ ਹਾਲਾਤ ਜੋ 28 ਜੂਨ ਨੂੰ ਬਣੇ ਉਸੇ ਤਰ੍ਹਾਂ ਦੇ ਹਾਲਾਤ ਇੱਕ ਵਾਰ ਫਿਰ ਪਿੰਡ ਮੰਡੌੜ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਤੇ ਧਾਵਾ ਬੋਲ ਦਿੱਤਾ ਜਾਂਦਾ, ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਥਾਣੇਦਾਰ ਜ਼ਖਮੀ ਹੋਏ ਵੀ ਨਜ਼ਰ ਆਏ ਨੇ। ਦੱਸ ਦਈਏ ਕਿ ਇਸ ਮੌਕੇ ਨਾਭਾ ਕੋਤਵਾਲੀ ਇੰਚਾਰਜ ਹੈਰੀ ਬੋਪਰਾਏ ਦੇ ਸੱਟ ਲੱਗਦੀ, ਉਹਨਾਂ ਦੀ ਅੱਖ ਦੇ ਉੱਤੇ ਇੱਟ ਵੱਜਣ ਤੋਂ ਬਾਅਦ ਜ਼ਖਮੀ ਹੁੰਦੇ ਆ। ਉਹਨਾਂ ਨੂੰ ਇਲਾਜ ਦੇ ਲਈ ਪਟਿਆਲੇ ਲਿਜਾਇਆ ਜਾਂਦਾ ਹੈ। ਮੌਜੂਦਾ ਸਥਿਤੀ ਕੀ ਸੀ, ਮੌਜੂਦਾ ਹਾਲਾਤ ਕੀ ਸਨ, ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ। ना पुतना ना करो। ਤਾਂ ਦੱਸ ਦਈਏ ਕਿ ਬੀਤੀ 28 ਜੂਨ ਨੂੰ ਪਿੰਡ ਵਿੱਚ ਦੋ ਬੋਲੀਆਂ ਹੁੰਦੀਆਂ ਨੇ। ਪਹਿਲੀ ਬੋਲੀ ਜਰਨਲ ਕੈਟੇਗਰੀ ਨਾਲ ਸੰਬੰਧਿਤ ਜ਼ਮੀਨ ਦੀ ਹੁੰਦੀ ਹੈ, ਜੋ ਕਿ ਸ਼ਾਂਤੀਪੂਰਵਕ ਹੋ ਨਿਬੜਦੀ ਹੈ। ਉਸ ਤੋਂ ਬਾਅਦ ਐਸਸੀ ਭਾਈਚਾਰੇ ਨਾਲ ਸੰਬੰਧਿਤ ਜ਼ਮੀਨ ਦੀ ਬੋਲੀ ਹੁੰਦੀ ਹੈ, ਜੋ ਕਿ 88 ਬਿੱਗੇ ਜ਼ਮੀਨ ਸੀ। ਉਸ ਬੋਲੀ ਦੇ ਉੱਤੇ ਪਿੰਡ ਦੇ ਹੀ ਐਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾਂਦਾ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਇਸ ਜ਼ਮੀਨ ਦੀ ਬੋਲੀ ਪਿਛਲੀ ਵਾਰ ਦੇ ਨਾਲੋਂ ਘੱਟ ਕੀਤੀ ਜਾਵੇ। ਉਦਾਹਰਨ ਦੇ ਤੌਰ ਤੇ ਜੇ ਦੇਖਿਆ ਜਾਵੇ, ਜੇ ਪਿਛਲੀ ਵਾਰ 10,000 ਬੋਲੀ ਲੱਗੀ ਸੀ ਤਾਂ ਇਸ ਵਾਰ 8,000 ਤੋਂ ਬੋਲੀ ਸ਼ੁਰੂ ਕੀਤੀ ਜਾਵੇ। ਇਹ ਮੰਗ ਆ ਜਿਹੜੀ ਪਿੰਡ ਵਾਲਿਆਂ ਵੱਲੋਂ ਕੀਤੀ ਜਾ ਰਹੀ ਸੀਗੀ, ਪਰ ਅਧਿਕਾਰੀਆਂ ਦੇ ਵੱਲੋਂ ਬੋਲੀ ਜਿਉਂ ਦੀ ਤਿਉਂ ਸ਼ੁਰੂ ਕੀਤੀ ਜਾਂਦੀ ਹੈ, ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਪਿੰਡ ਦੇ ਹੀ ਐਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਬੋਲੀ ਲਾ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਲਾਈ ਜਾਂਦੀ ਹੈ ਤੇ ਜ਼ਮੀਨ ਲਈ ਵੀ ਜਾਂਦੀ ਆ। ਪਰ ਉਸ ਤੋਂ ਬਾਅਦ ਇੱਕ ਤਬਕੇ ਦੇ ਵੱਲੋਂ ਉਸ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਂਦਾ ਹੈ, ਟੈਂਟ ਲਗਾ ਕੇ ਉੱਥੇ ਬੈਠ ਜਾਂਦੇ ਆ, ਤੰਬੂ ਕੱਢ ਦਿੱਤਾ ਜਾਂਦਾ ਹੈ ਆਪਣਾ, ਜਿਸ ਤੋਂ ਬਾਅਦ ਅੱਜ 21 ਜੁਲਾਈ ਨੂੰ ਪੁਲਿਸ ਉੱਥੋਂ ਕਬਜ਼ਾ ਹਟਵਾਉਣ ਆਈ ਸੀ, ਉਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਕੋਤਵਾਲੀ ਇੰਚਾਰਜ ਹੈਰੀ ਬੋਪਰਾਏ ਜ਼ਖਮੀ ਹੋਏ ਨੇ। ਇੱਟਾਂ ਦੇ ਨਾਲ ਜਿਹੜਾ ਹਮਲਾ ਹੈ ਪਹਿਲਾਂ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜਾ ਹੈ ਉੱਥੇ ਲਾਠੀ ਚਾਰਜ ਕਰਨਾ ਪਿਆ ਸੀ। ਉਸ ਤੋਂ ਬਾਅਦ ਜੇ ਦੇਖ ਲਿਆ ਜਾਵੇ, ਜਲ ਤੋਪਾਂ ਵੀ ਲਿਆਂਦੀਆਂ ਗਈਆਂ ਸੀਗੀਆਂ। ਜਲ ਤੋਪਾਂ ਮੌਕੇ ਤੇ ਮੌਜੂਦ ਸਨ। ਪਿੰਡ ਮੰਡੌੜ ਇਸ ਸਮੇਂ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆ। ਪੁਲਿਸ ਦੇ ਵੱਲੋਂ ਕਾਰਵਾਈ ਹੁਣ ਅਮਲ 'ਚ ਲਿਆਂਦੀ ਗਈ ਹੈ। ਸਖਤ ਰੁਖ ਦੇ ਵਿੱਚ ਹੁਣ ਪੁਲਿਸ ਪਿੰਡ ਮੰਡੌੜ ਦੇ ਵਿੱਚ ਨਜ਼ਰ ਆ ਰਹੀ ਹੈ, ਜਿੱਥੇ ਪਹਿਲਾਂ ਪਿੰਡ ਦੇ ਐਸਸੀ ਭਾਈਚਾਰੇ ਦੇ ਲੋਕਾਂ ਵੱਲੋਂ ਪੁਲਿਸ ਦੇ ਉੱਤੇ ਪਥਰਾਅ ਕੀਤਾ ਗਿਆ, ਇੱਟਾਂ ਰੋੜੇ ਚਲਾਏ ਗਏ, ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ।
ਪਰ ਹੁਣ ਪੁਲਿਸ ਪਿੰਡ ਮੰਡੌਰ ਦੇ ਵਿੱਚ ਸਖਤ ਨਜ਼ਰ ਆ ਰਹੀ ਹੈ। ਪਿੰਡ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆ। ਜਲ ਤੋਪਾਂ ਪਿੰਡ ਦੇ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਨੇ। ਪੁਲਿਸ ਵੱਡੀ ਤਾਦਾਦ ਦੇ ਵਿੱਚ ਪਹੁੰਚ ਗਈ ਹੈ। ਹਾਲਾਤ ਕਿਤੇ ਨਾ ਕਿਤੇ ਪਹਿਲਾਂ ਬੇਕਾਬੂ ਜ਼ਰੂਰ ਹੁੰਦੇ ਨਜ਼ਰ ਆ ਰਹੇ ਸੀ, ਪਰ ਹੁਣ ਪੁਲਿਸ ਦੇ ਵੱਲੋਂ ਪੂਰੇ ਪਿੰਡ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਗਿਆ ਹੈ, ਕਿਉਂਕਿ ਮਾਮਲਾ ਹੈ ਜਿਹੜਾ ਬੀਤੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਇਸ ਮਹੀਨੇ ਵੀ ਮਾਮਲਾ ਠੱਲ ਪੈਂਦਾ ਨਜ਼ਰ ਨਹੀਂ ਆ ਰਿਹਾ ਸੀ। ਪਿੰਡ ਵਾਲਿਆਂ ਦੇ ਵੱਲੋਂ ਫਿਰ 28 ਜੂਨ ਵਾਲਾ ਅਖਤਿਆਰੀ ਰੂਪ ਧਾਰਿਆ ਜਾਂਦਾ ਹੈ, ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਅੱਜ ਫਿਰ ਲਗਾਤਾਰ ਦੂਸਰੀ ਵਾਰ ਜਿਹੜਾ ਇਹ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਸਖਤ ਰੂਪ ਦੇ ਵਿੱਚ ਦਿਖਾਈ ਗਈ ਹੈ। ਤਾਂ ਤਸਵੀਰਾਂ ਪਿੰਡ ਮੰਡੌਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਐਸੀ ਭਾਈਚਾਰੇ ਨੇ ਜ਼ਮੀਨ ਦੀ ਬੋਲੀ ਨੂੰ ਲੈ ਕੇ ਪੁਲਿਸ ਦੇ ਉੱਤੇ ਹਮਲਾ ਕੀਤਾ ਸੀ। ਤਾਂ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਕੀ ਹਾਲਾਤ ਬਣੇ ਸੀ ਪਿੰਡ ਮੰਡੌਰ ਦੇ। ना पुत्र ना आना करो। देखो जी एकदम मार के सिर काटता जी। ना पुत्र ना आना करो। देखो जी एकदम मार के सिर काटता जी। ना पुत्र ना आना करो। ਤਾਂ ਪਿੰਡ ਮੰਡੌਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਿੱਥੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਜਿਹੜਾ ਇੱਕ ਵਿਰੋਧ ਹੁੰਦਾ ਨਜ਼ਰ ਆਇਆ ਹੈ। ਦੱਸ ਦਈਏ ਕਿ ਪਿੰਡ ਦੀ 88 ਵਿਗੇ ਜ਼ਮੀਨ ਜੋ ਕਿ ਐਸੀ ਭਾਈਚਾਰੇ ਨਾਲ ਸੰਬੰਧਿਤ ਸੀਗੀ, ਐਸੀ ਭਾਈਚਾਰੇ ਵੱਲੋਂ ਬੋਲੀ ਸਮੇਂ ਵਿਰੋਧ ਜਤਾਇਆ ਜਾਂਦਾ ਹੈ ਕਿ ਜ਼ਮੀਨ ਦੀ ਬੋਲੀ ਪਿਛਲੇ ਸਾਲ ਦੇ ਨਾਲੋਂ ਘੱਟ ਰੱਖ ਕੇ ਚਲਾਈ ਜਾਵੇ। ਪਰ ਅਧਿਕਾਰੀਆਂ ਵੱਲੋਂ ਬੋਲੀ ਜਿਸ ਪ੍ਰਕਿਰਿਆ ਤਹਿਤ ਹੋਣੀ ਸੀ ਉਸੇ ਪ੍ਰਕਿਰਿਆ ਤਹਿਤ ਕੀਤੀ ਜਾਂਦੀ ਹੈ। ਹਾਲਾਂਕਿ ਐਸੀ ਭਾਈਚਾਰੇ ਦਾ ਇੱਕ ਤਬਕਾ ਹੈ ਜਿਹੜਾ ਵੱਡੇ ਤੌਰ ਤੇ ਉੱਤੇ ਉਸ ਦਾ ਵਿਰੋਧ ਕਰਦਾ ਨਜ਼ਰ ਆਇਆ ਹੈ, ਪਰ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਪਿੰਡ ਦੇ ਹੀ ਐਸੀ ਭਾਈਚਾਰੇ ਦੇ ਲੋਕਾਂ ਵੱਲੋਂ ਬੋਲੀ ਲਾ ਕੇ ਉਹ ਜ਼ਮੀਨ ਲਈ ਵੀ ਜਾਂਦੀ ਹੈ, ਜਿਸ ਤੋਂ ਬਾਅਦ ਪਿੰਡ ਦੇ ਦੂਸਰੇ ਤਬਕੇ ਦੇ ਵੱਲੋਂ ਯਾਨੀ ਕਿ ਵਿਰੋਧ ਕਰਨ ਵਾਲੇ ਐਸੀ ਤਬਕੇ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਵਿਰੋਧ ਇੰਨਾ ਵੱਧ ਜਾਂਦਾ ਹੈ, ਜਿਸ ਤੋਂ ਬਾਅਦ 28 ਜੂਨ ਨੂੰ ਬੋਲੀ ਵਾਲੇ ਦਿਨ ਵੀ ਪੁਲਿਸ ਦੇ ਉੱਤੇ ਹਮਲਾ ਹੁੰਦਾ ਹੈ। ਪੁਲਿਸ ਜੋ ਪਿੰਡ ਦੇ ਵਿੱਚ ਆਈ ਹੁੰਦੀ ਹੈ, ਕਿਉਂਕਿ ਸਥਿਤੀ ਉਸ ਸਮੇਂ ਵੀ ਤਣਾਅਪੂਰਨ ਬਣ ਜਾਂਦੀ ਹੈ, ਪੁਲਿਸ ਨੂੰ ਬੁਲਾਇਆ ਜਾਂਦਾ ਹੈ, ਫੋਰਸ ਆਉਂਦੀ ਹੈ, ਤਾਂ ਉਸ ਦਿਨ ਵੀ ਲੋਕਾਂ ਦੇ ਵੱਲੋਂ ਪਿੰਡ ਦੇ ਐਸੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਤੇ ਇੱਟਾਂ ਰੋਣਿਆਂ ਦੇ ਨਾਲ ਜਿਹੜਾ ਹੈ ਪਥਰਾ ਕੀਤਾ ਜਾਂਦਾ ਹੈ। ਸਥਿਤੀ ਤਣਾਅਪੂਰਨ ਬਣਦੀ ਹੈ। ਤਾਂ ਅੱਜ ਦੱਸ ਦਈਏ ਕਿ ਅੱਜ 21 ਜੁਲਾਈ ਨੂੰ ਪੁਲਿਸ ਫਿਰ ਪਿੰਡ ਮੰਡੌਰ ਦੇ ਵਿੱਚ ਪਹੁੰਚਦੀ ਹੈ, ਕਿਉਂਕਿ 28 ਜੂਨ ਨੂੰ ਜਿਹੜੀ ਬੋਲੀ ਹੋਣੀ ਸੀ ਉਹ ਬੋਲੀ ਹੁੰਦੀ ਹੈ ਪਿੰਡ ਦੇ ਐਸੀ ਭਾਈਚਾਰੇ ਦੇ ਲੋਕਾਂ ਵੱਲੋਂ ਜ਼ਮੀਨ ਦੀ ਬੋਲੀ ਲਾ ਕੇ ਜ਼ਮੀਨ ਲਈ ਜਾਂਦੀ ਹੈ, ਪਰ ਵਿਰੋਧ ਕਰਨ ਵਾਲੇ ਇੱਕ ਵਰਗ ਦੇ ਵੱਲੋਂ ਉਸ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ, ਯਾਨੀ ਕਿ ਉੱਥੇ ਇੱਕ ਟੈਂਟ ਲਗਾ ਕੇ ਉਹ ਖੁਦ ਬੈਠ ਜਾਂਦੇ ਆ ਤੇ ਜ਼ਮੀਨ ਦੀ ਜੋ ਵਾਹੀ ਸੀ ਜਾਂ ਜਿਸ ਵਰਤੋਂ ਦੇ ਵਿੱਚ ਜ਼ਮੀਨ ਆਉਣੀ ਸੀ ਉਸਨੂੰ ਉਸ ਕੰਮ ਤੋਂ ਰੋਕ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਅੱਜ 21 ਜੁਲਾਈ ਨੂੰ ਪੁਲਿਸ ਪ੍ਰਸ਼ਾਸਨ ਵੱਡੀ ਫੋਰਸ ਦੇ ਵਿੱਚ ਪਿੰਡ ਪਹੁੰਚਦਾ ਹੈ, ਕਿਉਂਕਿ ਪਿਛਲੀ ਵਾਰ ਵੀ ਇਸੇ ਜ਼ਮੀਨ ਦੀ ਕਾਰਨ ਪੁਲਿਸ ਦੇ ਉੱਤੇ ਹਮਲਾ ਹੋਇਆ ਸੀ, ਫੋਰਸ ਬੁਲਾਉਣੀ ਪਈ ਸੀ। ਤਾਂ ਅੱਜ ਪੂਰੀ ਤਿਆਰੀ ਦੇ ਨਾਲ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ, ਜਲ ਤੋਪਾਂ ਲੈ ਕੇ ਪਹੁੰਚਦਾ ਹੈ ਆਪਣੇ ਨਾਲ। ਉਹਨਾਂ ਜਲ ਤੋਪਾਂ ਦੇ ਨਾਲ ਜਿਹੜਾ ਹੈ ਉੱਥੇ ਪਿੰਡ ਦੇ ਵਿੱਚ ਪੁਲਿਸ ਦੀ ਮੌਜੂਦਗੀ ਹੁੰਦੀ ਹੈ। ਤਾਂ ਉੱਥੇ ਜਦੋਂ ਪੁਲਿਸ ਦੇ ਵੱਲੋਂ ਜ਼ਮੀਨ ਦੇ ਉੱਤੋਂ ਕਬਜ਼ਾ ਛਡਵਾਉਣ ਦੀ ਗੱਲ ਆਖੀ ਜਾਂਦੀ ਹੈ, ਕਬਜ਼ਾ ਛਡਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਫਿਰ ਇੱਕ ਵਾਰ ਐਸੀ ਭਾਈਚਾਰੇ ਦੇ ਵੱਲੋਂ ਵੱਡੇ ਹਜੂਮ ਦੇ ਵਿੱਚ ਇਕੱਠੇ ਹੋ ਕੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ।
ਇੱਟਾਂ ਰੋੜੇ ਜਿਹੜੇ ਵਰਸਾਏ ਜਾਂਦੇ ਆ, ਜਿਸ ਤਰ੍ਹਾਂ ਕਿ ਕਹਿ ਲਈਏ ਕਿ ਇੱਕ ਬੰਬਾਂ ਵਾਂਗੂ ਜਿਹੜੇ ਇੱਟਾਂ ਰੋੜੇ ਵਰਸਾਏ ਗਏ। ਪੁਲਿਸ ਦੇ ਉੱਤੇ ਹੱਥਾਂ ਵਿੱਚ ਡੰਡੇ ਲੈ ਕੇ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਇੱਕ ਧਾਵਾ ਹੈ ਪੁਲਿਸ ਦੇ ਉੱਤੇ ਬੋਲ ਦਿੱਤਾ ਜਾਂਦਾ ਹੈ। ਜਿਸ ਤੋਂ ਪਹਿਲਾਂ ਪੁਲਿਸ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਜਦੋਂ ਮਾਹੌਲ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ, ਪਿੰਡ ਵਾਲਿਆਂ ਵੱਲੋਂ ਲਗਾਤਾਰ ਇੱਟਾਂ ਰੋੜੇ ਵਰਸਾਏ ਜਾਂਦੇ ਨੇ, ਰੋਕਣ ਦਾ ਨਾਮ ਨਹੀਂ ਲਿਆ ਜਾਂਦਾ। ਇੱਥੋਂ ਤੱਕ ਕਿ ਗੋਹਾ ਜਿਹੜਾ ਉਹ ਵੀ ਪੁਲਿਸ ਵਾਲਿਆਂ ਦੇ ਉੱਤੇ ਸਿੱਟਿਆ ਗਿਆ ਸੀ। ਇੱਕ ਤਰ੍ਹਾਂ ਦੇ ਨਾਲ ਹਮਲਾ ਹੈ ਜਿਹੜਾ ਵੱਡਾ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਵੱਲੋਂ ਪਹਿਲਾਂ ਵਿਰੋਧ ਕੀਤਾ ਗਿਆ, ਫਿਰ ਪੁਲਿਸ ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਆਪਣਾ ਅਖਤਿਆਰੀ ਰੁਖ ਅਪਣਾਇਆ ਜਾਂਦਾ ਹੈ। ਪੁਲਿਸ ਦੇ ਵੱਲੋਂ ਸਖਤ ਰੁਖ ਅਪਣਾਉਂਦਿਆਂ ਫਿਰ ਜਵਾਬੀ ਕਾਰਵਾਈ ਵੀ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਪਿੰਡ ਮੰਡੌੜ ਦੇ ਵਿੱਚ ਵਿਰੋਧ ਕਰ ਰਹੇ, ਪੁਲਿਸ ਦੇ ਉੱਤੇ ਇੱਟਾਂ ਰੋੜੇ ਵਰਸਾ ਰਹੇ ਲੋਕਾਂ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਗਈ। ਉਸ ਤੋਂ ਬਾਅਦ ਜਿਹੜਾ ਆ ਲੋਕਾਂ ਦੀ ਭੀੜ ਨੂੰ ਉੱਥੋਂ ਖਦੇੜ ਦਿੱਤਾ ਜਾਂਦਾ ਹੈ ਤੇ ਲੋਕ ਉਸ ਵੱਡੇ ਹਜੂਮ ਦੇ ਵਿੱਚੋਂ ਖਿੰਡਰ ਜਾਂਦੇ ਆ, ਇੱਧਰ ਉੱਧਰ ਲੁਕਦੇ ਛਿਪਦੇ ਨਜ਼ਰ ਆਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹੁਣ ਪੂਰੇ ਪਿੰਡ ਨੂੰ, ਪਿੰਡ ਮੰਡੌੜ ਨਾਭਾ ਬਲਾਕ ਦੇ ਅਧੀਨ ਆਉਂਦਾ ਪਿੰਡ ਮੰਡੌੜ ਹੈ, ਉਸ ਮੰਡੌੜ ਨੂੰ ਇਸ ਸਮੇਂ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਕਿਉਂਕਿ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਸੀ। ਨਾਭਾ ਕੋਤਵਾਲੀ ਇੰਚਾਰਜ ਹੈਰੀ ਬੋਪਰ ਆਏ ਉਸ ਹਮਲੇ ਦੇ ਦੌਰਾਨ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਪਟਿਆਲਾ ਜਿਹੜਾ ਹੈ ਇਲਾਜ ਦੇ ਲਈ ਭੇਜਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਪਿੰਡ ਮੰਡੌੜ ਨੂੰ ਹੁਣ ਪੁਲਿਸ ਪਾਰਟੀ ਵੱਲੋਂ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਲਿਆ ਗਿਆ ਹੈ। ਸ਼ਾਮਲਾਟ ਐਸਸੀ ਭਾਈਚਾਰੇ ਦੀ 88 ਬਿੱਗੇ ਜ਼ਮੀਨ ਸੀਗੀ। ਤਕਰਾਰ ਹੁੰਦੀ ਹੈ, ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਲੋਕਾਂ ਦੇ ਵੱਲੋਂ ਉਸ ਨੂੰ ਲੜਾਈ ਦਾ ਰੂਪ ਧਾਰਨ ਕਰ ਦਿੱਤਾ ਜਾਂਦਾ ਹੈ। ਤਕਰਾਰ ਬਹਿਸਬਾਜ਼ੀ ਤੋਂ ਸ਼ੁਰੂ ਹੋਈ, ਬਹਿਸਬਾਜ਼ੀ ਤੋਂ ਸ਼ੁਰੂ ਹੁੰਦੀ ਜਿਹੜੀ ਆ ਉਹ ਲੜਾਈ ਤੱਕ ਪਹੁੰਚੀ, ਲੜਾਈ ਤੋਂ ਖੂਨ ਖਰਾਬੇ ਤੱਕ ਪਹੁੰਚੀ, ਇੱਟਾਂ ਰੋੜਿਆਂ ਤੱਕ ਚੱਲੇ, ਡੰਡਿਆਂ ਨਾਲ ਹਮਲੇ ਕੀਤੇ ਗਏ, ਅਧਿਕਾਰੀਆਂ ਦੇ ਉੱਤੇ ਹਮਲਾ ਹੁੰਦਾ ਹੈ। 28 ਜੂਨ ਨੂੰ ਜਿਹੜੇ ਬੋਲੀ ਕਰਵਾਉਣ ਆਉਂਦੇ ਆ, ਪੁਲਿਸ ਦੇ ਉੱਤੇ ਹਮਲਾ ਆਉਂਦਾ ਹੈ, ਜਿਹੜੀ ਵਿੱਚ ਬਚਾਅ ਕਾਰਜ ਦੇ ਲਈ ਆਉਂਦੀ ਹੈ, ਉਸ ਪੁਲਿਸ ਤੇ ਹਮਲਾ ਹੁੰਦਾ ਹੈ। ਪਰ ਅੱਜ 21 ਜੁਲਾਈ ਨੂੰ ਫਿਰ ਅਜਿਹਾ ਹੀ ਮਾਹੌਲ ਆ ਜਿਹੜਾ ਨਾਭਾ ਦੇ ਪਿੰਡ ਮੰਡੌੜ ਦੇ ਵਿੱਚ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਪਹੁੰਚਦੀ ਹੈ, ਐਂਟੀ ਰਾਈਟ ਵਹੀਕਲਸ ਲੈ ਕੇ ਪਹੁੰਚਦੀ ਹੈ, ਜਲ ਤੋਪਾਂ ਤਾਇਨਾਤ ਕੀਤੀਆਂ ਜਾਂਦੀਆਂ ਨੇ, ਕਿਉਂਕਿ ਪੁਲਿਸ ਨੂੰ ਸਥਿਤੀ ਦਾ ਜਾਇਜ਼ਾ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਜੋ 28 ਜੂਨ ਨੂੰ ਹੋਇਆ ਸੀ ਉਹ ਅੱਜ ਫਿਰ ਇੱਕ ਵਾਰ ਪਿੰਡ ਮੰਡੌੜ ਦੇ ਵਿੱਚ ਵਾਪਰ ਸਕਦਾ ਹੈ। ਲੋਕਾਂ ਦਾ ਉਹੀ ਹਜੂਮ ਇੱਕ ਵਾਰ ਫਿਰ ਜਿਹੜਾ ਹੈ ਹਮਲੇ ਦੀ ਫਿਰਾਕ ਦੇ ਵਿੱਚ ਹੋ ਸਕਦਾ ਹੈ, ਕਿਉਂਕਿ ਵਿਰੋਧ ਹੋਣਾ ਸੁਭਾਵਿਕ ਤੌਰ ਤੇ ਸਾਰਿਆਂ ਨੂੰ ਪਤਾ ਸੀ ਕਿ ਜਦੋਂ 28 ਜੂਨ ਨੂੰ ਬੋਲੀ ਹੁੰਦੀ ਹੈ, ਬੋਲੀ ਸੰਪੰਨ ਹੋ ਜਾਂਦੀ ਹੈ, ਇੱਕ ਤਬਕੇ ਦੇ ਵੱਲੋਂ ਬੋਲੀ ਲਾ ਕੇ ਜ਼ਮੀਨ ਲੈ ਲਈ ਜਾਂਦੀ ਹੈ 1 ਸਾਲ ਦੇ ਲਈ, ਤਾਂ ਉਸ ਸਮੇਂ ਵੀ ਆ ਜਿਹੜਾ ਵਿਰੋਧ ਕੀਤਾ ਗਿਆ ਸੀ ਲੋਕਾਂ ਦੇ ਵੱਲੋਂ। ਉਸ ਸਮੇਂ ਵੀ ਇੱਟਾਂ ਪੱਥਰ ਨੇ ਜਿਹੜੇ ਚਲਾਏ ਜਾਂਦੇ ਆ, ਹਮਲਾ ਕੀਤਾ ਜਾਂਦਾ ਹੈ ਬੋਲੀ ਵਾਲੇ ਅਧਿਕਾਰੀਆਂ ਦੇ ਉੱਤੇ, ਜਿਨ੍ਹਾਂ ਲੋਕਾਂ ਵੱਲੋਂ ਬੋਲੀ ਲਗਾਈ ਗਈ ਸੀ ਉਹਨਾਂ ਦੇ ਉੱਤੇ, ਪੁਲਿਸ ਦੇ ਉੱਤੇ, ਤਾਂ ਹਮਲਾ ਉਸ ਸਮੇਂ ਵੀ ਹੋਇਆ ਸੀ। ਤਾਂ ਅੱਜ ਪ੍ਰਸ਼ਾਸਨ ਆ ਜਿਹੜਾ, ਪੁਲਿਸ ਪ੍ਰਸ਼ਾਸਨ ਪੂਰੀ ਤਿਆਰੀ ਦੇ ਨਾਲ ਪਿੰਡ ਮੰਡੌੜ ਦੇ ਵਿੱਚ ਪਹੁੰਚਦਾ ਹੈ। ਜਿਹੜਾ ਦੰਗਾ ਰੋਕੂ ਵਹੀਕਲ ਹੈ ਉਹ ਲੈ ਕੇ ਆਇਆ ਜਾਂਦਾ ਹੈ, ਨਾਲ ਜਲ ਤੋਪਾਂ ਲਿਆਂਦੀਆਂ ਜਾਂਦੀਆਂ ਨੇ, ਵੱਡੀ ਤਾਦਾਦ ਦੇ ਵਿੱਚ ਫੋਰਸ ਪਹੁੰਚਦੀ ਹੈ, ਫੋਰਸ ਦੇ ਵੱਲੋਂ ਜਿਹੜਾ ਆ ਕਬਜ਼ਾ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਸਥਿਤੀ ਜਿਉਂ ਦੀ ਤਿਉਂ 28 ਜੂਨ ਵਾਲੀ ਬਣਦੀ ਹੋਈ ਨਜ਼ਰ ਆ ਜਾਂਦੀ ਹੈ। ਤਾਂ ਉਸ ਸਥਿਤੀ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਹਮਲਾ ਕਰਨ ਤੋਂ ਬਾਅਦ ਜਿਹੜਾ ਇਹ ਪੁਲਿਸ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਵੀ ਕੀਤੀ ਜਾਂਦੀ ਹੈ। ਹੁਣ ਇਸ ਸਥਿਤੀ ਦੇ ਵਿੱਚ ਕਾਫੀ ਕੁਝ ਸਾਹਮਣੇ ਆ ਰਿਹਾ ਹੈ, ਤਾਂ ਪਿੰਡ ਦੇ ਹੀ ਜਿਹੜੇ ਪੰਚ ਨੇ ਹਰਪ੍ਰੀਤ ਸਿੰਘ ਹੁਣੀ, ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਹੈ ਆਪਾਂ ਉਹ ਵੀ ਸੁਣਦੇ ਹਾਂ। ਤਾਂ ਦੱਸ ਦਈਏ ਕਿ ਪਿੰਡ ਦੇ ਪੰਚ ਦੇ ਵੱਲੋਂ ਪੂਰੇ ਮਾਮਲੇ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਸ ਤੋਂ ਇਲਾਵਾ ਐਸੀ ਭਾਈਚਾਰੇ ਦੇ ਪ੍ਰਗਟ ਸਿੰਘ ਸਾਹਮਣੇ ਆਏ ਨੇ, ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਪੂਰੇ ਮਾਮਲੇ ਨੂੰ ਲੈ ਕੇ, ਤੇ ਉੱਥੇ ਹੀ ਡਿਊਟੀ ਮੈਜਿਸਟ੍ਰੇਟ ਜਿਹੜੇ ਡਿਊਟੀ ਮੈਜਿਸਟ੍ਰੇਟ ਪਹੁੰਚੇ ਸੀਗੇ BDPO ਨਾਭਾ ਕ੍ਰਿਸ਼ਨ ਸਿੰਘ, ਉਹਨਾਂ ਦੇ ਵੱਲੋਂ ਵੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਆ, ਕਿਉਂਕਿ ਮੰਡੌੜ ਦੇ ਵਿੱਚ ਇੱਕ ਜ਼ਮੀਨ ਦੀ ਬੋਲੀ ਨੂੰ ਲੈ ਕੇ ਸਭ ਤੋਂ ਵੱਡੀ ਚੀਜ਼ ਹੈ, ਜ਼ਮੀਨਾਂ ਦੇ ਵਿੱਚ ਅਕਸਰ ਪਿੰਡਾਂ 'ਚ ਲੜਾਈਆਂ ਹੁੰਦੀਆਂ ਦੇਖੀਆਂ ਨੇ, ਪਾਣੀ ਦੀ ਵਾਰੀ ਪਿੱਛੇ ਲੜਦੇ ਦੇਖਿਆ, ਵੱਟ ਦੇ ਪਿੱਛੇ ਲੜਦੇ ਦੇਖਿਆ, ਪਰ ਪਿੰਡ ਮੰਡੌੜ ਦੇ ਵਿੱਚ ਜ਼ਮੀਨ ਦੇ ਪਿੱਛੇ ਲੜਾਈ ਹੋਈ ਹੈ ਜ਼ਮੀਨ ਦੀ ਬੋਲੀ ਨੂੰ ਲੈ ਕੇ। ਜ਼ਮੀਨ ਦੀ ਬੋਲੀ ਦੀ ਇਹ ਵੀ ਲੜਾਈ ਨਹੀਂ ਸੀਗੀ ਕਿ ਜ਼ਮੀਨ ਦੀ ਬੋਲੀ ਸਾਨੂੰ ਮਿਲੇ ਜਾਂ ਉਸ ਨੂੰ ਮਿਲੇ, ਜ਼ਮੀਨ ਦੀ ਬੋਲੀ ਇਹ ਸੀ ਕਿ ਜ਼ਮੀਨ ਦੀ ਬੋਲੀ ਦੀ ਕੀਮਤ ਘਟਾਈ ਜਾਵੇ, ਪਿਛਲੀ ਵਾਰ ਨਾਲੋਂ ਘੱਟ ਤੋਂ ਬੋਲੀ ਜਿਹੜੀ ਆ ਕੀਤੀ ਜਾਵੇ, ਪਰ ਪ੍ਰਕਿਰਿਆ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਚੱਲੀ, ਜਿਸ ਤੋਂ ਬਾਅਦ ਵੱਡੇ ਤਬਕੇ ਦੇ ਵੱਲੋਂ ਜਿਹੜਾ ਆ ਵਿਰੋਧ ਕੀਤਾ ਜਾਂਦਾ ਹੈ। ਬੋਲੀ ਪੂਰੀ ਹੋਣ ਤੋਂ ਬਾਅਦ
ਪਿੰਡ ਦੀ ਉਸ ਜ਼ਮੀਨ ਦੇ ਉੱਤੇ ਐਸੀ ਭਾਈਚਾਰੇ ਨਾਲ ਸੰਬੰਧਿਤ ਉਸ 88 ਵਿਗੇ ਜ਼ਮੀਨ ਦੇ ਉੱਤੇ ਜਿਹੜਾ ਕਬਜ਼ਾ ਵੀ ਕਰ ਲਿਆ ਜਾਂਦਾ ਹੈ। ਹਾਲਾਂਕਿ ਜੇ ਦੇਖ ਲਿਆ ਜਾਵੇ ਅਕਸਰ ਪੁਲਿਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਦੇ ਵੱਲੋਂ ਲਾਠੀ ਚਾਰਜ ਕਰ ਦਿੱਤਾ ਗਿਆ, ਵਿਰੋਧ ਕਰ ਰਹੇ ਸੀ ਲੋਕ ਜੀ, ਸ਼ਾਂਤਮਈ ਵਿਰੋਧ ਹੋ ਰਿਹਾ ਸੀ, ਨਾਅਰੇਬਾਜ਼ੀ ਹੋ ਰਹੀ ਸੀ, ਸਿਰਫ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਜਾਂਦਾ। ਪਰ ਇੱਥੇ ਪਿੰਡ ਮੰਡੌੜ ਦੇ ਵਿੱਚ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ ਤੇ ਜਦੋਂ ਪੁਲਿਸ ਜ਼ਮੀਨ ਦਾ ਕਬਜ਼ਾ ਛਡਵਾਉਣ ਲੱਗਦੀ ਹੈ ਤਾਂ ਉਸ ਕਬਜ਼ੇ ਨੂੰ ਛਡਵਾਉਣ ਤੋਂ ਪਹਿਲਾਂ ਬਾਅਦ ਜਿਹੜਾ ਹੈ ਲੋਕਾਂ ਦੇ ਵੱਲੋਂ ਇੱਕ ਵਿਰੋਧ ਕੀਤਾ ਜਾਂਦਾ ਹੈ, ਨਾਅਰੇਬਾਜ਼ੀ, ਉਹ ਨਾਅਰੇਬਾਜ਼ੀ ਇੱਟਾਂ ਰੋੜਿਆਂ 'ਚ ਤਬਦੀਲ ਹੋ ਜਾਂਦੀ ਹੈ। ਗੋਹਾ ਤੱਕ ਆ ਜਿਹੜਾ ਕਹਿ ਲਈਏ ਕਿ ਗੰਦਗੀ ਦੇ ਢੇਰ ਜਿਹੜੇ ਆ ਉਹ ਵੀ ਪੁਲਿਸ ਦੇ ਉੱਤੇ ਸੁੱਟੇ ਗਏ ਸੀਗੇ। ਲੋਕ ਪੁਲਿਸ ਦੇ ਉੱਤੇ ਇੱਕ ਵੱਡੇ ਹਜੂਮ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਹਮਲੇ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਹੈ। ਜਲ ਤੋਪਾਂ ਤੈਨਾਤ ਕੀਤੀਆਂ ਹੋਈਆਂ ਸੀ ਕਿ ਕਿਸੇ ਸਮੇਂ ਵੀ ਇਹਨਾਂ ਨੂੰ ਵਰਤੋਂ ਵਿੱਚ ਲਿਆ ਜਾ ਸਕਦਾ ਹੈ, ਪਰ ਪੁਲਿਸ ਦੇ ਵੱਲੋਂ ਫਿਰ ਉੱਥੇ ਕਾਰਵਾਈ ਕੀਤੀ ਜਾਂਦੀ ਹੈ, ਜਵਾਬੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਂਦੀ ਹੈ, ਜਿਸ ਤੋਂ ਬਾਅਦ ਫਿਰ ਭੀੜ ਨੂੰ ਖਦੇੜ ਦਿੱਤਾ ਜਾਂਦਾ ਹੈ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਇਹ ਮੰਡੌੜ ਪਿੰਡ ਦੀਆਂ ਨੇ। ਨਾਭਾ ਬਲਾਕ ਦਾ ਪਿੰਡ ਮੰਡੌੜ ਹੈ ਜਿੱਥੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਛਡਾਉਣ ਆਈ ਪੁਲਿਸ ਦੇ ਉੱਤੇ ਲੋਕਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਜਾ ਰਿਹਾ ਸੀ। ਪਿੰਡ ਦੇ ਨੌਜਵਾਨ ਵੀ ਨਜ਼ਰ ਸੀ, ਬਜ਼ੁਰਗ ਵੀ ਸੀ, ਇੱਥੋਂ ਤੱਕ ਕਿ ਪਿੰਡ ਦੀਆਂ ਔਰਤਾਂ ਦੇ ਨਾਲ ਪਿੰਡ ਦੀਆਂ ਬਜ਼ੁਰਗ ਬੀਬੀਆਂ ਵੱਲੋਂ ਵੀ ਜਿਹੜਾ ਆ ਇੱਟਾਂ ਜਿਹੜੀਆਂ ਨੇ ਪੁਲਿਸ ਦੇ ਵੱਲ ਸਿੱਟੀਆਂ ਜਾ ਰਹੀਆਂ ਸੀ। ਦੂਸਰੇ ਪਾਸੇ ਪੁਲਿਸ ਵੱਲੋਂ ਉਹਨਾਂ ਨੂੰ ਕਿਹਾ ਵੀ ਜਾ ਰਿਹਾ ਸੀ ਕਿ ਅਜਿਹਾ ਨਾ ਕੀਤਾ ਜਾਵੇ। ਥੋੜਾ ਅੱਗੇ ਪੁਲਿਸ ਵੱਧਦੀ ਵੀ ਨਜ਼ਰ ਆ ਰਹੀ ਸੀ, ਪਰ ਜਿੱਥੇ ਲੋਕਾਂ ਦੇ ਵੱਲੋਂ ਜਿਹੜਾ ਆ ਪਿੰਡ ਦੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ, ਨੌਜਵਾਨਾਂ ਦੇ ਵੱਲੋਂ ਕੀਤਾ ਗਿਆ, ਉੱਥੇ ਹੀ ਔਰਤਾਂ ਨੇ ਜਿਹੜੀਆਂ ਉਹ ਵੀ ਸ਼ਾਮਲ ਹੋਈਆਂ ਹਜੂਮ ਦੇ ਵਿੱਚ ਤੇ ਪਿੰਡ ਦੀਆਂ ਬਜ਼ੁਰਗ ਬੀਬੀਆਂ ਵੱਲੋਂ ਵੀ ਜਿਹੜਾ ਆ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਵੱਲੋਂ ਵੀ ਇੱਟਾਂ ਪੁਲਿਸ ਦੇ ਉੱਤੇ ਸੁੱਟੀਆਂ ਜਾ ਰਹੀਆਂ ਸੀ, ਜਿਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਹੁੰਦੀ ਹੈ ਕਿਉਂਕਿ ਜਦੋਂ ਸਾਹਮਣੇ ਉਹ ਹਜੂਮ ਵੱਧਦਾ ਜਾਂਦਾ ਹੈ, ਇੱਟਾਂ ਰੋੜਿਆਂ ਦੀ ਤਾਦਾਦ ਵੱਧਦੀ ਹੈ, ਜ਼ਖਮੀ ਹੁੰਦੇ ਆ। ਥਾਣਾ ਕੋਤਵਾਲੀ ਇੰਚਾਰਜ ਨੇ ਜਿਹੜੇ ਹੈਰੀ ਬੋਪਰ ਆ ਉਹ ਜ਼ਖਮੀ ਹੁੰਦੇ ਆ। ਉਸ ਤੋਂ ਬਾਅਦ ਫਿਰ ਪੁਲਿਸ ਵੀ ਐਕਸ਼ਨ ਦੇ ਵਿੱਚ ਆਉਂਦੀ ਹੈ। ਐਕਸ਼ਨ ਦੇ ਵਿੱਚ ਆਉਣ ਤੋਂ ਬਾਅਦ ਪੁਲਿਸ ਦੇ ਵੱਲੋਂ ਆ ਜਿਹੜੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ, ਉੱਥੋਂ ਭੀੜ ਨੂੰ ਖਦੇੜ ਦਿੱਤਾ ਜਾਂਦਾ ਆ, ਭੀੜ ਨੂੰ ਖਦੇੜਿਆ ਜਾਂਦਾ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਆਪਣੇ ਕੰਟਰੋਲ 'ਚ ਲੈ ਲਿਆ ਪਿੰਡ ਨੂੰ। ਪੁਲਿਸ ਨੇ ਪਿੰਡ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ ਕਿਉਂਕਿ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀਗੀ। 28 ਜੂਨ ਨੂੰ ਬੋਲੀ ਹੁੰਦੀ ਹੈ। 28 ਜੂਨ ਨੂੰ ਜਦੋਂ ਬੋਲੀ ਹੋਈ ਸੀਗੀ ਤਾਂ ਉਸ ਬੋਲੀ ਤੋਂ ਬਾਅਦ ਹੀ ਇਹ ਵਿਰੋਧ ਆ ਜਿਹੜਾ ਸ਼ੁਰੂ ਹੋ ਗਿਆ ਸੀ ਤੇ ਕਿਤੇ ਨਾ ਕਿਤੇ ਚਰਚਾਵਾਂ ਕੁਝ ਦਿਨਾਂ ਬਾਅਦ ਵੀ ਇਹੀ ਚੱਲਦੀਆਂ ਰਹੀਆਂ ਸੀ ਕਿ ਪਿੰਡ ਦਾ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ, ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਜੇਕਰ ਦੁਬਾਰਾ ਬੋਲੀ ਹੁੰਦੀ ਹੈ ਤਾਂ ਉਸ ਸਮੇਂ ਵੀ ਕੋਈ ਅਜਿਹਾ ਨਹੀਂ ਹੋ ਸਕਿਆ ਜਾ ਸਕਦਾ ਕਿ ਕੁਝ ਨਾ ਵਾਪਰੇ। ਜੇਕਰ ਦੁਬਾਰਾ ਬੋਲੀ ਵੀ ਹੁੰਦੀ ਹੈ ਤਾਂ ਉਸ ਸਮੇਂ ਵੀ ਸਥਿਤੀ ਤਣਾਅਪੂਰਨ ਉੱਥੇ ਬਣਦੀ ਹੋਈ ਨਜ਼ਰ ਆ ਸਕਦੀ ਹੈ। ਹਾਲਾਂਕਿ ਦੁਬਾਰਾ ਜਿਹੜੀ ਬੋਲੀ ਦੀ ਖਬਰ ਤਾਂ ਨਹੀਂ ਸਾਹਮਣੇ ਆਈ ਸੀ, ਪਰ 28 ਜੂਨ ਵਾਲੀ ਬੋਲੀ ਤੋਂ ਬਾਅਦ ਜਿੱਥੇ ਜ਼ਮੀਨ ਦੇ ਉੱਤੇ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਉਹ ਕਬਜ਼ਾ ਛਡਵਾਉਣ ਦੇ ਲਈ ਪੁਲਿਸ ਅੱਜ ਵੱਡੀ ਫੋਰਸ ਦੇ ਨਾਲ ਪਹੁੰਚੀ। ਪੁਲਿਸ ਫੋਰਸ ਦੇ ਨਾਲ ਪਹੁੰਚੀ ਹੈ ਤਾਂ ਫੋਰਸ ਦੇ ਨਾਲ ਜਿਹੜਾ ਉੱਥੇ ਫਿਰ ਇੱਕ ਵਾਰ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ। ਤਣਾਅਪੂਰਨ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ। ਇੰਚਾਰਜ ਨੇ ਜਿਹੜੇ ਕੋਤਵਾਲੀ ਇੰਚਾਰਜ ਉਹ ਜ਼ਖਮੀ ਹੋਏ। ਉਹਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਕਿਉਂਕਿ ਲਗਾਤਾਰ ਆ ਜਿਹੜਾ ਵਿਰੋਧ ਕਰ ਰਹੇ ਲੋਕਾਂ ਦੇ ਵੱਲੋਂ, ਵਿਰੋਧ ਕਰ ਰਹੇ ਹਜੂਮ ਦੇ ਵੱਲੋਂ ਇੱਟਾਂ ਰੋੜੇ ਬਰਸਾਏ ਜਾ ਰਹੇ ਸਨ, ਡੰਡਿਆਂ ਨਾਲ ਹਮਲੇ ਕੀਤੇ ਜਾ ਰਹੇ ਸਨ। ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਹਿਲਾਂ, ਹਾਲਾਂਕਿ ਪੁਲਿਸ ਉਹਨਾਂ ਨੂੰ ਰੋਕਣ ਲਈ ਜਿਹੜੀ ਆ ਉਧਰੋਂ ਐਲਾਨ ਵੀ ਕਰਦੀ ਹੈ, ਬੋਲਿਆ ਵੀ ਜਾਂਦਾ ਹੈ, ਪਰ ਲਗਾਤਾਰ ਇੱਟਾਂ ਰੋੜੇ ਬਰਸਾਏ ਜਾ ਰਹੇ ਸੀਗੇ। ਪਰ ਫਿਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ। ਭੀੜ ਨੂੰ ਖਦੇੜ ਕੇ ਹੁਣ ਪੂਰੇ ਪਿੰਡ ਨੂੰ ਛਾਉਣੀ ਦੇ ਵਿੱਚ ਜਿਹੜਾ ਹੈ ਤਬਦੀਲ ਕਰ ਦਿੱਤਾ ਗਿਆ ਹੈ। ਤਾਂ ਹੁਣ ਪਿੰਡ ਦੇ ਪੰਚ ਦੀ ਬਿਆਨ ਸਾਹਮਣੇ ਆਏ ਨੇ ਕੀ ਕੁਝ ਵਾਪਰਿਆ ਹੈ ਉੱਥੇ। ਉਸ ਤੋਂ ਇਲਾਵਾ ਐਸੀ ਭਾਈਚਾਰੇ ਦੇ ਲੋਕਾਂ ਦਾ ਕੀ ਕਹਿਣਾ ਹੈ ਤੇ ਡਿਊਟੀ ਮੈਜਿਸਟ੍ਰੇਟ BDPO ਨਾਭਾ ਕ੍ਰਿਸ਼ਨ ਸਿੰਘ ਹੁਣੀ ਵੀ ਮੀਡੀਆ ਦੇ ਸਾਹਮਣੇ ਗੱਲਬਾਤ ਕਰਦੇ ਨਜ਼ਰ ਆਏ ਨੇ। ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ। ਜਿਹੜਾ ਐਸੀ ਭਾਈਚਾਰੇ ਦੀ ਜੋ ਸਾਮਲਾਟ ਜ਼ਮੀਨ ਦੀ ਬੋਲੀ ਹੋਈ ਸੀ 28 ਤਰੀਕ ਨੂੰ, ਬੜੀ ਮਿਹਨਤ ਮੁਸ਼ੱਕਤ ਦੇ ਨਾਲ ਅਫਸਰਾਂ ਨੇ ਅੱਜ ਉਸ ਚੀਜ਼ ਨੂੰ ਇੱਥੇ ਜਿਹੜਾ ਸੀ ਜਾਗਰ ਸਿੰਘ ਨੂੰ ਜੀਰੀ ਲਵਾਉਣ ਦੇ ਕਬਜ਼ਾ ਦਿਵਾਉਣ ਲਈ ਪ੍ਰਸ਼ਾਸਨ ਆਇਆ ਸੀ ਔਰ ਪਿੰਡ ਦੇ ਸ਼ਰਾਰਤੀ ਲੋਕਾਂ ਨੇ ਫਿਰ ਅੱਜ ਇੱਕ ਵਾਰ ਜਿਹੜਾ ਮੜੌੜ ਪਿੰਡ ਦਾ ਮਾਹੌਲ ਹੈ ਉਹ ਗਰਮਾਤਾ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਦੁਬਾਰਾ ਅੱਜ ਫਿਰ ਤੋਂ ਇੱਟਾਂ ਰੋੜੇ ਡਾਂਗਾਂ ਨੇ ਜਿਹੜੀਆਂ
ਖੁੱਲ੍ਹ ਕੇ ਵਰਸੀਆਂ ਨੇ। ਉਜਾਗਰ ਸਿੰਘ ਵੀ ਐਸੀ ਕੈਟਾਗਰੀ ਦੇ? ਬਿਲਕੁਲ ਜੀ, ਉਜਾਗਰ ਸਿੰਘ ਐਸੀ ਭਾਈਚਾਰੇ ਦਾ ਹੈ। ਬਾਕਾਇਦੇ ਉਹਨੇ ਪੈਸੇ ਭਰੇ ਨੇ ਪੂਰਾ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ, ਜੋ ਕਿ ਡੀਟੀਪੀਓ ਪਟਿਆਲਾ ਸਾਹਿਬ ਦੇ ਹੁਕਮਾਂ ਅਨੁਸਾਰ ਹੈ ਜਿਹੜੀ ਬੋਲੀ ਪੂਰੇ ਕਾਨੂੰਨ ਦੇ ਨਿਯਮਾਂ ਦੇ ਅਨੁਸਾਰ ਹੋਈ। ਐਸੀ ਭਾਈਚਾਰੇ ਦੀ ਬੋਲੀ ਐਸੀ ਭਾਈਚਾਰੇ ਨੂੰ ਦਿੱਤੀ ਜਾ ਰਹੀ ਹੈ, ਫਿਰ ਇਤਰਾਜ਼ ਕਿਹੜੇ ਲੋਕਾਂ ਨੂੰ ਆ? ਇਹ ਇਤਰਾਜ਼ ਉਹਨਾਂ ਲੋਕਾਂ ਨੂੰ ਹੈ ਜੀ ਜਿਹੜੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਔਰ ਜਿਹੜੇ ਸਾਮਲਾਟ ਜ਼ਮੀਨ ਹੈ ਜਿਹੜੀ ਉਹਨੂੰ ਬਹੁਤ ਹੀ ਮੈਜੋਰਟੀ ਬਣਾ ਕੇ ਘੱਟ ਰੇਟ ਤੇ ਜਿਹੜਾ ਲੈਣੀ ਚਾਹੁੰਦੇ ਨੇ। ਕਿਉਂਕਿ ਇੱਥੇ ਇੱਕ ਸਾਡੇ ਪਿੰਡ ਦੇ ਵਿੱਚ ਇਸ਼ੂ ਬਣਾਇਆ ਜਾ ਰਿਹਾ ਹੈ ਵੀ ਜਿਹੜਾ ਐਸੀ ਭਾਈਚਾਰੇ ਦੀ ਜ਼ਮੀਨ ਹੈ ਉਹ ਐਸੀ ਭਾਈਚਾਰੇ ਨੂੰ ਨਹੀਂ ਲੈਣ ਦਿੱਤੀ ਜਾ ਰਹੀ, ਪਰ ਐਕਚੁਅਲੀ ਗੱਲ ਇਹ ਹੈ ਵੀ ਐਸੀ ਭਾਈਚਾਰਾ ਇੱਕ ਮੈਜੋਰਟੀ ਬਣਾ ਕੇ ਜਿਹੜੀ ਜ਼ਮੀਨ ਦਾ ਮਾਰਕੀਟ ਦਾ ਰੇਟ 60 ਤੋਂ 65,000 ਰੁਪਏ ਹੈ ਉਹਨੂੰ 10,000 ਰੁਪਏ ਦੇ ਵਿੱਚ ਦੱਬਣ ਨੂੰ ਫਿਰਦਾ ਹੈ। ਜਦੋਂ ਕਿ ਪੰਚਾਇਤ ਵੱਲੋਂ ਅੱਜ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਬੈਠ ਕੇ ਇਹ ਗੱਲ ਹੋਈ ਸੀ ਵੀ ਅਸੀਂ ਤੁਹਾਨੂੰ 50,000 ਰੁਪਏ ਤੱਕ ਇਹ ਜਿਹੜਾ ਕਿੱਲਾ ਜ਼ਮੀਨ ਦਾ ਦੇਣ ਨੂੰ ਤਿਆਰ ਹਾਂ, ਪਰ ਉਹਨਾਂ ਨੇ ਬਾਰ-ਬਾਰ ਸੀ ਜਿਹੜਾ ਯੂਨੀਅਨਾਂ ਦਾ ਪ੍ਰੈਸ਼ਰ ਬਣਾ ਕੇ ਇੱਕੋ ਗੱਲ ਦੀ ਅੜੀ ਕਰੀ ਵੀ ਸੀ ਵੀ ਇਹ ਜ਼ਮੀਨ ਹੈ ਜਿਹੜੀ ਅਸੀਂ 10,000 ਰੁਪਏ ਕਿੱਲੇ ਦੇ ਹਿਸਾਬ ਨਾਲ ਬਣਾਉਣੀ। ਤੇ ਅੱਜ ਫਿਰ ਇੱਟਾਂ ਰੋੜੇ ਵੀ ਚੱਲੇ, ਕੀ ਖੁੱਲ੍ਹ ਕੇ ਚੱਲੇ ਨੇ ਜੀ ਤੁਹਾਡੇ ਸਾਹਮਣੇ। ਇੱਥੇ ਦੇਖੋ ਤੁਹਾਨੂੰ ਅਸੀਂ ਵੀਡੀਓ ਕਲਿੱਪ ਤੁਹਾਡੇ ਸਾਹਮਣੇ ਆ ਜਾਣੇ ਨੇ। ਪ੍ਰਸ਼ਾਸਨ ਦੇ ਲੇਡੀ ਜਿਹੜੇ ਆਪਣੇ ਕਾਂਸਟੇਬਲ ਸੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜੀ। ਉਹ ਸਾਡੇ ਅਸੀਂ ਬੋਲੀ ਦਿੱਤੀ ਸੀਗੀ, ਹੁਣ ਸਾਡਾ ਮਤਲਬ ਕਿ ਧੱਕੇ ਨਾਲ ਸਾਡਾ ਧਰਨਾ ਲੱਗਿਆ ਸੀ, ਸਾਨੂੰ ਪੂਰੀ ਨਹੀਂ ਦਿੱਤੀ ਜ਼ਮੀਨ। ਇਹਨਾਂ ਨੇ ਜ਼ਿਮੀਂਦਾਰਾਂ ਨੇ ਲੋਕਲ ਮਤਲਬ ਕਿ ਬੋਲੀ ਕਹਿੰਦੇ ਆ ਉਹ ਕਰਵਾ ਕੇ ਅੱਜ ਧੱਕਾ ਹੋ ਰਿਹਾ, ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ। ਹੁਣ ਕੀ ਗੱਲ ਹੋਈ ਇੱਥੇ? ਹੁਣ ਉੱਥੇ ਕੋਈ ਗੱਲ ਨਹੀਂ, ਸਾਡੇ ਡਾਂਗਾ ਮਾਰੀਆਂ। ਇਹ ਜਿਹੜੇ 88 ਵਿਗੇ ਜ਼ਮੀਨ ਸੀ ਟੋਟਲ? ਨਹੀਂ, ਟੋਟਲ ਇਹ 280 ਹੈ। ਹਾਂ ਹਾਂ, ਨਾ ਜ਼ਮੀਨ 100 ਆਪਣੇ 198 ਅੱਛਾ ਰਿਜ਼ਰਵ ਕੋਟਾ। ਅੱਛਾ, ਹਾਂ, ਅੱਜ ਕੀ ਹੋਇਆ ਇੱਥੇ ਸਾਰਾ? ਅੱਜ ਪੁਲਿਸ ਆ ਗਈ, ਪ੍ਰਸ਼ਾਸਨ ਆ ਗਿਆ, ਉਹਨਾਂ ਨੇ ਸਾਨੂੰ ਉੱਥੇ ਧੱਕੇ ਨਾਲ ਸਾਡਾ ਟੈਂਟ ਪੱਟ ਲਿਆ, ਸਾਨੂੰ ਕੁੱਟਿਆ, ਸਾਨੂੰ ਭਜਾਤਾ। ਹੁਣ ਧੱਕੇ ਨਾਲ ਟਰੈਕਟਰ ਲੈ ਕੇ ਉਹ ਬਾਹੀ ਕਰ ਰਹੇ। ਜਿਹੜੀ ਸ਼ਾਮਲਾਟ ਜ਼ਮੀਨ ਦੀ ਬੋਲੀ ਦਲਤਾਂ ਦੇ ਕਹਿਣ ਮੁਤਾਬਕ ਅਸੀਂ ਉਹਨੇ ਧਰਮਸ਼ਾਲਾ 'ਚ ਕਰਤੀ ਸੀ, ਬੋਲੀ ਓਪਨ ਹੋਈ ਆ, ਕਿਸੇ ਤਰ੍ਹਾਂ ਦਾ ਕੋਈ ਉਹ 'ਚ ਹੇਰਾਫੇਰੀ ਸੀ, ਫੇਅਰ ਸੀ ਸਾਰਾ ਕੁਝ। ਇਹਨਾਂ ਨੇ ਜ਼ਮੀਨ ਵਾਹੁਣ ਤੋਂ ਇੱਥੇ ਟੈਂਟ ਲਾ ਰੱਖਿਆ ਸੀ, ਮਨਾ ਕਰ ਰਹੇ ਸੀ ਵੀ ਅਸੀਂ ਨਹੀਂ ਵੜਨ ਦਿੰਦੇ, ਜ਼ਬਰਦਸਤੀ ਧੱਕਾ ਕਰਦੇ ਸੀਗੇ। ਇੱਦਾਂ ਦਾ ਕੋਈ ਉਸ ਨਹੀਂ। ਅੱਜ ਪ੍ਰਸ਼ਾਸਨ ਪੁਲਿਸ ਪਾਰਟੀ ਨਾਲ ਮੈਜਿਸਟਰ ਲਵਾ ਕੇ ਅੱਜ ਅਸੀਂ ਜਿਹੜਾ ਕਿਸਾਨ ਨੇ ਜ਼ਮੀਨ ਚਕੋਤੇ ਲਈ ਸੀ ਉਹਨੂੰ ਕਬਜ਼ਾ ਦਵਾਇਆ ਜੀ। ਇਹ ਟੋਟਲ ਜ਼ਮੀਨ ਕਿੰਨੀ ਆ ਜੀ, ਕਿੰਨੇ ਦਾ ਰੋਲਾ? ਇਹ ਜ਼ਮੀਨ ਟੋਟਲ 39 ਏਕੜ ਆ ਜਿਹੜੀ, 33% ਦਾ ਰਿਜ਼ਰਵ ਕੈਟਾਗਰੀ ਦਾ ਹਿੱਸਾ ਜੀ।